5 ਸਾਲ ਪਹਿਲੇ ਸਮੂਹ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਦੇ ਮੈਨੀਫੈਸਟੋ 'ਚ ਝੂਠਾਂ ਦਾ ਸਹਾਰਾ ਲੈ ਕੇ ਇਹਨਾਂ ਸਾਰਿਆਂ ਨੇ ਆਪਣੀ ਸੀਟਾਂ ਜਿੱਤੀਆਂ ਸੀਗੀਆਂ। ਜਿਹੜੀ ਝੂਠੀ ਸੌਂ ਗੁਟਕਾ ਸਾਹਿਬ ਦੀ ਸੀ ਉਹ ਇਕੱਲੇ ਕੈਪਟਨ ਦੀ ਨਹੀਂ ਸੀ, ਸਮੂਹ ਕਾਂਗਰਸ ਪਾਰਟੀ ਦੀ ਸੀ, ਜਿਨ੍ਹਾਂ ਨੇ ਆਪਣੇ ਹਲਕਿਆਂ 'ਚ ਜਾ ਕੇ ਹਰੇਕ ਨੂੰ ਘਰ ਘਰ ਨੌਕਰੀ ਦੇ ਵਾਅਦੇ, ਕਰਜ਼ਾ ਮਾਫੀ ਦੇ ਵਾਅਦੇ ਤੇ ਸੈਂਕੜੋਂ ਹੋਰ ਵਾਅਦੇ ਕੀਤੇ ਸੀਗੇ। ਉਹ ਝੂਠੀ ਸੌਂ ਇਕੱਲੇ ਕੈਪਟਨ ਦੀ ਨਹੀਂ, ਪੂਰੀ ਕਾਂਗਰਸ ਪਾਰਟੀ ਦੀ ਸੀ। ਅੱਜ ਜਦ ਦੁਬਾਰਾ ਇਹਨਾਂ ਦੀ ਜ਼ਰੂਰਤ ਹੋ ਰਹੀ ਹੈ ਲੋਕਾਂ ਦੇ ਵਿੱਚ, ਜਾਂ ਲੋਕੀ ਸਵਾਲ ਕਰ ਰਹੇ ਨੇ, ਤਾਂ ਤੁਸੀਂ ਦੇਖੋ ਕਿ ਕਾਂਗਰਸੀ ਵਿਧਾਇਕ ਚੱਕ ਕੇ ਲੋਕਾਂ ਨੂੰ ਕੁੱਟਣ ਲੱਗ ਗਏ ਨੇ। ਮੈਂ ਕਹਿੰਦੀ ਹਾਂ ਇਹਨਾਂ ਦਾ ਚਿਹਰਾ ਬੇਨਕਾਬ ਹੋਇਆ ਤੇ ਬਚ ਕੇ ਰਹਿਣ, ਕਿਉਂਕਿ ਉਹ ਦਿਨ ਦੂਰ ਨਹੀਂ ਕਿ ਜਿਹੜਾ ਕਾਂਗਰਸੀ ਜਾਊਗਾ ਲੋਕਾਂ ਨੇ ਉਹਨਾਂ ਨੂੰ ਕੁੱਟਣਾ ਹੈ। आई एम ग्लैड कि बिल्ली थैलों तो बाहर आ गई है। ਜਿਹੜਾ ਮੈਂ 5 ਸਾਲ ਕਹਿੰਦੀ ਰਹੀ ਹੈ, ਕੈਪਟਨ ਸਾਹਿਬ 5 ਸਾਲਾਂ ਤੋਂ ਹੀ ਬੀਜੇਪੀ ਦੀ ਲਾਈਨ ਲੈਂਦੇ ਰਹੇ ਨੇ। ਭਾਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਜੋ ਨੀਂਹ ਪੱਥਰ ਰੱਖਿਆ ਗਿਆ, ਜਿੱਥੇ ਸਾਰੇ ਦੁਨੀਆ ਦੇ ਸਿੱਖਾਂ ਨੇ ਸ਼ਲਾਘਾ ਕੀਤੀ, ਉੱਥੇ ਵੀ ਕੈਪਟਨ ਸਾਹਿਬ ਨੇ ਆਤੰਕਵਾਦ ਤੇ ਫਲਾਂ ਟਿਮਕਾ ਉਹ ਲਾਈਨ ਜਿਹੜੀ ਬੀਜੇਪੀ ਬੋਲਦੀ ਹੈ। ਤੇ ਆਹੀ ਕਾਰਨ ਹੈ, ਤੁਸੀਂ ਦੇਖੋਗੇ ਕਿ ਜਦੋਂ ਵੀ ਕੋਈ ਵੀ ਕਾਂਗਰਸੀ ਜਾਂ ਪ੍ਰਧਾਨ ਮੰਤਰੀ ਜਿਹੜੇ ਵਿਰੋਧੀ ਕਾਂਗਰਸੀ ਨੂੰ ਜਾਂ ਮਮਤਾ ਬੈਨਰ ਕਿਸੇ ਨੂੰ ਛੱਡਦੇ ਨਹੀਂ ਹੈ, ਕਦੇ ਵੀ ਕੈਪਟਨ ਦੇ ਖਿਲਾਫ 5 ਸਾਲਾਂ 'ਚ ਜੇ ਇੱਕ ਸ਼ਬਦ ਪ੍ਰਧਾਨ ਮੰਤਰੀ ਦੇ ਮੂੰਹ 'ਚ ਕੈਪਟਨ ਦੇ ਖਿਲਾਫ ਬੋਲਿਆ, ਮੈਨੂੰ ਤੁਸੀਂ ਰਿਕਾਰਡਿੰਗ ਕੱਢ ਕੇ ਦਿਖਾਓ। ਵੱਧ ਤੋਂ ਵੱਧ ਜਿਹੜਾ ਕਿਹਾ ਕਿ ਕੈਪਟਨ ਸੁਤੰਤਰ ਫੌਜੀ ਹੈ, ਤੇ ਸੁਤੰਤਰ ਫੌਜੀ ਨੇ ਬੀਜੇਪੀ ਦੇ ਨਾਲ ਰਲ ਮਿਲ ਕੇ ਜਿਸ ਤਰ੍ਹਾਂ ਕਾਲੇ ਕਾਨੂੰਨਾਂ ਨੂੰ ਪਾਸ ਕਰਾਇਆ ਤੇ ਗੱਲ ਨੂੰ ਲੁਕੋ ਕੇ ਰੱਖਿਆ ਪੰਜਾਬ ਦੀ ਜਨਤਾ ਤੋਂ, ਅੱਜ ਸਾਰਾ ਕੁਝ ਸਾਹਮਣੇ ਆ ਗਿਆ ਕਿ 5 ਸਾਲ ਕੈਪਟਨ ਕਿਹਦੇ ਇਸ਼ਾਰੇ 'ਚ ਨੱਚਦਾ ਰਿਹਾ। ਤੇ ਇਕੱਲੇ ਕੈਪਟਨ ਨਹੀਂ, ਕੈਪਟਨ ਦੇ ਨਾਂ ਤੇ ਨੇੜੇ ਤੇੜੇ ਦੇ ਜਿੰਨੇ ਮੰਤਰੀ ਸੀ, ਅੱਜ ਚੰਨੀ ਸਾਹਿਬ ਜਾ ਕੇ ਪੰਜਾਬ ਦਾ ਸੌਦਾ ਕਰਕੇ ਹੋਮ ਮਿਨਿਸਟਰ ਨਾਲ ਆ ਗਏ, ਸਾਰੇ ਰਲੇ ਮਿਲੇ ਨੇ। ਤਾਂ ਮੈਨੂੰ ਖੁਸ਼ੀ ਹੈ ਕਿ ਸਾਡੀ ਅਰਦਾਸ ਕਿ ਇਹਨਾਂ ਦਾ ਕੱਖ ਨਾ ਰਹੇ, ਜਿਨ੍ਹਾਂ ਨੇ ਝੂਠ ਦਾ ਪ੍ਰਚਾਰ ਕੀਤਾ ਸੀ, ਝੂਠੇ ਇਲਜ਼ਾਮ ਲਾਏ ਸੀ, ਅੱਜ ਸਾਰਿਆਂ ਦੇ ਸਾਹਮਣੇ ਇਹਨਾਂ ਦਾ ਕੱਖ ਕੁਝ ਰਹਿਣਾ ਨਹੀਂ ਹੈਗਾ, ਲੋਕਾਂ ਦੇ ਸਾਹਮਣੇ ਆ ਜਾਣਾ। ਨਹੀਂ ਜੀ, ਬਹੁਤ ਪਹਿਲਾਂ 2017 ਚੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਨੇ ਕੈਪਟਨ ਸਾਹਿਬ ਨੂੰ ਮਦਦ ਕੀਤੀ ਸੀਗੀ ਤੇ ਆਪਣੀ ਵੋਟਾਂ ਟ੍ਰਾਂਸਫਰ ਕਰਾਈਆਂ ਸੀਗੀਆਂ। ਸੋ ਸਾਨੂੰ ਅੰਦਰ ਦੀ ਗੱਲ ਤਾਂ ਉਸ ਟਾਈਮ ਤੋਂ ਹੀ ਪਤਾ ਸੀਗਾ। ਲੇਕਿਨ ਉਹਦੇ ਬਾਅਦ ਜਿਹੜੀ ਚੀਜ਼ਾਂ ਮੈਂ ਕੈਬਨਿਟ ਦੇ ਵਿੱਚ ਬਹਿ ਕੇ ਮੈਂ ਦੇਖਿਆ ਨੇ ਕਿ ਕੈਬਨਿਟ 'ਚ ਜਿਹੋ ਜਿਹੇ ਫੈਸਲੇ ਹੁੰਦੇ ਸੀ ਤਾਂ ਕੈਪਟਨ ਸਾਹਿਬ ਬੋਲਦੇ ਕੀ ਸੀ ਉਹਦੇ ਬਾਰੇ, ਐਂਡ ਹੌਲੀ ਹੌਲੀ ਬਿਲਕੁਲ ਕਲੀਅਰ ਸੀਗਾ। ਲੇਕਿਨ ਪੰਜਾਬ ਦੀ ਹੱਕਾਂ ਦੇ ਨਾਲ ਸੌਦੇਬਾਜ਼ੀ ਕਰ ਲੈਣਗੇ, ਜਿਵੇਂ ਕਾਲੇ ਕਾਨੂੰਨਾਂ ਦੇ ਤੁਹਾਨੂੰ ਸਭ ਨੂੰ ਪਤਾ ਹੈ 2019 ਤੋਂ ਕਮੇਟੀ ਦਾ ਹਿੱਸਾ ਸੀਗੇ, ਐਂਡ ਉਹ ਸਾਰਾ ਕੁਝ ਲੁਕੋ ਕੇ ਰੱਖਿਆ। ਸੋ ਇਹ ਸਾਰੀ ਚੀਜ਼ਾਂ ਤੇ ਹੁਣ ਕਿਸ ਹੱਦ ਤਾਈਂ ਰਲੇ ਮਿਲੇ ਸੀ ਉਹ ਤਾਂ ਬਿਲਕੁਲ ਕਲੀਅਰ ਹੁਣ ਹੋ ਹੀ ਗਿਆ ਹੈਗਾ। ਅਮਰਿੰਦਰ ਸਿੰਘ ਬਾਦਲਾਂ ਦੇ ਨਾਲ ਮਿਲੇ ਹੋਏ ਨੇ, ਇਸੇ ਕਾਰਨ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ। ਬਹੁਤ ਸਾਰੇ ਐਮਐਲਏ ਨੇ ਇਹ ਸਵਾਲ ਉਠਾਏ। ਉਹ ਕਾਂਗਰਸੀ ਤੋਂ ਆਪਣੀ ਗਲਤੀਆਂ ਛੁਪਾਉਣ ਵਾਸਤੇ ਬਹੁਤ ਕੁਝ ਕਹਿੰਦੇ ਨੇ। ਸੋ ਜੇ ਰਲੇ ਮਿਲੇ ਹੁੰਦੇ ਤੇ ਅੱਜ ਕੈਪਟਨ ਸਾਹਿਬ ਦਾ ਸ਼ਾਇਦ ਇਹ ਹਾਲ ਨਹੀਂ ਹੁੰਦਾ, ਕਿਉਂਕਿ ਅਕਾਲੀ ਦਲ ਦੀ ਪੂਰੀ ਸਪੋਰਟ ਉਹਨਾਂ ਨੂੰ ਹੁੰਦੀ। ਅਕਾਲੀ ਦਲ ਹਮੇਸ਼ਾ ਸਭ ਤੋਂ ਵੱਧ, ਮੇਰੇ ਉੱਤੇ ਇਲਜ਼ਾਮ ਆਈ ਲੱਗਦਾ ਹੈ ਕਿ ਕੈਪਟਨ ਦੇ ਖਿਲਾਫ ਸਭ ਤੋਂ ਵੱਧ ਮੈਂ ਬੋਲਦੀ ਹਾਂ। ਤੇ ਕੈਪਟਨ ਨੇ ਅਕਾਲੀ ਦਲ ਦੇ ਨਾਲ ਤੇ ਬਾਦਲਾਂ ਦੇ ਨਾਲ ਜੋ ਕੀਤਾ 2007 ਤੋਂ ਪਹਿਲੇ, ਉਹ ਕੌਣ ਭੁੱਲ ਸਕਦਾ? ਸਾਡੇ ਨਾਲ ਉਹਦੀ ਕੀ ਸਾਂਝਗਾਠ ਹੋ ਸਕਦੀ ਹੈ? But why did it take you 4.5 years to spell out this situation? No, I had understood the situation long before. ਪਰ ਕਿਸ ਹੱਦ ਤਾਈਂ ਉਹ ਰਲੇ ਮਿਲੇ ਨੇ ਇਹ ਸ਼ਾਇਦ ਮੈਨੂੰ ਹੁਣ ਪਤਾ ਲੱਗ ਰਿਹਾ ਕਿਸ ਹੱਦ ਤਾਈਂ ਰਲੇ ਮਿਲੇ ਨੇ। ਜੋ ਤਾਂ ਜਦ ਕਾਲੇ ਕਾਨੂੰਨ ਪਾਸ ਹੋਏ ਉਸ ਟਾਈਮ ਜਦ ਉਸ ਦਾ ਹਿੱਸਾ ਸੀਗੇ, ਮੈਂ ਤਾਂ ਹੀ ਸਮਝ ਗਈ ਸੀਗੀ। ਲੇਕਿਨ ਸਾਡਾ ਗਠਬੰਧਨ 30-35 ਸਾਲ ਪੁਰਾਣਾ ਸੀਗਾ ਤੇ ਸਾਡਾ ਇੱਕ ਪੰਜਾਬ ਦੇ ਭਲੇ ਵਾਸਤੇ ਸੀਗਾ, ਇੱਕ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ, ਅਮਨ ਸ਼ਾਂਤੀ ਭਾਈਚਾਰਕ ਸਾਂਝ ਵਾਸਤੇ ਸੀਗਾ। It was an alliance for the betterment of Punjab, for national security. So ਕੈਪਟਨ ਦੇ ਨਾਲ ਰਲੇ ਰੋਲੇ ਨੇ, ਉਹ ਜਾਣਨ ਸਾਡੀ ਅਲਾਈਅੰਸ ਉਹਨਾਂ ਦੇ ਨਾਲ ਬਿਲਕੁਲ ਸਾਫ਼ ਸੁਥਰੀ ਸੀਗੀ। ਅਸੀਂ ਅਲਾਈਅੰਸ 'ਚ ਰਹਿ ਕੇ ਕਿਸੇ ਹੋਰ ਦੀ ਮਦਦ ਕਰਕੇ ਕਿਸੇ ਹੋਰ ਦੇ ਨਾਲ ਹੱਥ ਨਹੀਂ ਮਿਲਾ ਰਹੇ ਸੀਗੇ। ਕੈਪਟਨ ਆਪਣੀ ਪਾਰਟੀ 'ਚ ਰਹਿ ਕੇ ਆਪਣੀ ਪਾਰਟੀ ਨਾਲ ਬੇਵਫਾਈ ਕਰ ਰਹੇ ਸੀਗੇ, ਪੰਜਾਬ ਨਾਲ ਬੇਵਫਾਈ ਕਰ ਰਹੇ ਸੀਗੇ, ਤੇ ਬੀਜੇਪੀ ਜੋ ਪੰਜਾਬ ਦੇ ਨਾਲ ਕਰ ਰਹੀ ਸੀ, ਹੁਣ ਬਿਲਕੁਲ ਸਾਰੀ ਦੁਨੀਆ ਨੂੰ ਕਲੀਅਰ ਹੈਗਾ, ਸਾਰੇ ਦੇਸ਼ ਨੂੰ ਕਲੀਅਰ, ਪੰਜਾਬ ਨੂੰ ਵੀ ਕਲੀਅਰ ਹੈ। ਅਸੀਂ ਵਫਾਦਾਰੀ ਦੇ ਨਾਲ ਪੰਜਾਬ ਦੇ ਨਾਲ ਤਾਂ ਵੀ ਖੜੇ ਰਹੇ, ਅੱਜ ਵੀ ਖੜੇ ਹਾਂ,
ਤੇ ਹੁਣ ਇਹ ਸਾਰੇ ਜਿਹੜੇ ਭਾਵੇਂ ਇਕੱਠੇ ਹੋ ਕੇ ਹਮੇਸ਼ਾ ਨਿਸ਼ਾਨਾ ਅਕਾਲੀ ਦਲ ਨੂੰ ਬਣਾਇਆ, ਕਿਉਂਕਿ ਇੱਕ ਖੇਤਰੀ ਪਾਰਟੀ ਪੰਜਾਬ ਤੇ ਪੰਜਾਬੀਆਂ ਦੀ ਹੱਕਾਂ ਦੀ ਰਾਖੀ ਵਾਸਤੇ ਲੜਨ ਵਾਲੀ, ਕੁਰਬਾਨੀਆਂ ਦੇਣ ਵਾਲੀ ਪਾਰਟੀ, ਇਹ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੀ ABCD ਟੀਮ ਬਣੇ ਹੋਏ ਨੇ। ਤੇ ਉਹ ਜਿਹੜੇ ਬਾਗੀ ਅਕਾਲੀ ਦਲ ਵਾਲੇ ਹੈਗੇ, ਜਿਹੜੇ ਵੀ ਬੀਜੇਪੀ ਦੇ ਇਸ਼ਾਰੇ 'ਚ ਨੱਚ ਰਹੇ ਸੀ, ਹੁਣ ਸਾਰੇ ਇਕੱਠੇ ਹੋ ਕੇ ਸਾਰੇ ਲੋਕੀ ਪਹਿਚਾਨ ਜਾਣਗੇ ਨਾ ਜੀ। ਮੈਨੂੰ ਕਾਹਨੂੰ ਪੁੱਛ ਰਹੇ ਹੋ? ਲੋਕੀ ਦੇਖਣਗੇ ਤੇ 2022 'ਚ ਜਵਾਬ ਦੇਣਗੇ। ਤੁਹਾਡਾ ਅਲਾਈਅੰਸ ਜਿਹੜਾ ਉਹਨਾਂ ਨਾਲ ਹੈ, ਇਟ ਵਾਸ ਅ ਹੋਲੀ ਅਲਾਈਅੰਸ, ਉਹਨਾਂ ਅਲਾਈਅੰਸ ਇਜ਼ ਅਨਹੋਲੀ। No, I'm not calling it unholy. I'm saying our alliance was 35 years old. And while we were in the alliance, we were in the alliance. We were not doing backdoor shake hands, like going to Kapurthala house to say I'm going to pack my luggage and going and meeting Amit Shah and making all these unholy things and giving consent for the black laws and then going behind closed doors and planning how to defame the agitation. That is an unholy alliance. I did not do like Mr. Channi, go there to shake hands and then sign off half of Punjab. This is unholy. What Akali Dal has done it in the name of people and in the name of Punjab and for all to see. We do have nothing to hide and we're proud of that. Is there any possibility of pre or post alliance with the Captain? Out of the question. We will never ally with somebody who is stabbing Punjabis and stabbing Punjab at the back and aligning with a party that has gone out of its way not only to finish off Punjab's agriculture, take over half of Punjab and defame the Sikh community. What they have done for what Badal Sahab has stood for is bhaicharik sanj and aman shanti. He's given up his entire life. Saadi bhaicharik sanj da haal ki kar deta hai. You think BJP and Dekho, as far as I am concerned, out of the question, I am not the party. I am not the party president, and I am too junior to be making any kind of decisions. But one thing is for sure: anyone who is against Punjab, Akali Dal will never ally with any such person. We broke a 30-year-old alliance. If we can break it, it was not because we didn't like somebody's face, or this was not the old Vajpayee kind of NDA. This was a dictatorship which was going on. But because this alliance took place between Badal Sahab and Vajpayee ji with a certain vision for the betterment of Punjab and for the communal harmony of Punjab, we wanted to carry it on, but not at the cost of who Punjab. is defaming Sikh community, BJP or the government? I mean, will you clearly identify or the chances are? I think people are very clear. Is there any difference between BJP and government? Is it going on at government level also? Sorry? Is it going on, the attempts to defend the community, are they going on at government level also? Which government are you talking about? The government. The government and the BJP is the same thing. There's no difference between them. Sometimes there is a very thin line. Do you think that line is existing or not? Absolutely not. It is the one and the same thing. ਮੈਡਮ Thank ਜਿਹੜੀ you. ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਤਸਵੀਰਾਂ ਜਿਹੜੀਆਂ ਨੇ ਬੀਜੇਪੀ ਦੇ ਮੰਤਰੀਆਂ ਦੇ ਨਾਲ ਸਾਹਮਣੇ ਆਈਆਂ ਨੇ। ਉਸ ਤੋਂ ਬਾਅਦ ਕਈ ਤਰੀਕੇ ਤੋਂ ਸਵਾਲ ਖੜੇ ਹੋ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਗੱਲ ਕਿਹਾ ਕਿ ਨਾਰਮਲ ਨਹੀਂ ਨਾਰਮਲ ਉੱਤੇ ਲੱਗੀ। ਅਕਾਲੀ ਦਲ ਦੀ ਕੀ ਸਟੈਂਡ ਹੈ ਕਿ ਇਹ ਇੱਕ ਸਾਜ਼ਿਸ਼ ਹੈ ਜਾਂ ਕਿਵੇਂ? Dekho, Akali Dal has said from the beginning that we strongly condemn what happened. ਹਰੇਕ ਨੂੰ ਆਪਣਾ ਧਰਮ ਬਹੁਤ ਪਿਆਰਾ ਹੁੰਦਾ ਹੈ। ਕਿਸੇ ਵੀ ਧਰਮ ਦੇ ਖਿਲਾਫ ਜੇ ਕੋਈ ਬੇਅਦਬੀ ਵਰਗੀ ਘਟਨਾ ਹੋਏ, ਉਹ ਕੋਈ ਵੀ ਧਰਮ ਹੋਏ, ਉਹ ਅੰਦਰ ਵੱਜਦੀ ਹੈ ਗੱਲ, ਐਂਡ ਨੋਬਡੀ ਇਹ ਕੋਈ ਸਹਿ ਨਹੀਂ ਸਕਦਾ ਹੈ। ਸੋ ਵਾਈਲ ਵੀ strongly condemn this and we are from day one said ki this needs to be further investigated, because the way it happened, the timing of when it happened, and to defame the farmer agitation and to defame the Sikhs, what has been happening in the last few days, be it the minister in Lakhimpur openly instigating people, be it Mr. Khattar in Haryana, or be it the incident before that where the SDM is openly telling the cops to break the heads of the farmers. Continuously, since the farmer agitation, we have seen that there has been a sustained effort to marginalize Punjabis and the Sikh community and target them and defame them. So this whole thing now with the Lakhimpur issue, until date BJP has been shameless enough not to dismiss a minister who is in charge of home and security, but is openly instigating and targeting a community, and they have done nothing about dismissing him. Clearly, they may have wanted to divert the attention to something else as well, and again what Indira Gandhi did in the 80s is target a community and target our holy shrines to win an election. Very possible. So we have said from day one that there needs to be a sitting Supreme Court judge that needs to dungyai de naal, gehrai de naal go into the whole thing ki ek mazdoor banda ਜਿਹੜਾ ਦਿਹਾੜੀ ਕਰਦਾ ਹੈ, ਦਿਹਾੜੀ ਕਰਕੇ ਪੇਟ ਪਾਲਦਾ ਹੈ,
ਉਹ ਦਿਹਾੜੀ ਛੱਡ ਕੇ ਇੰਨੀ ਦੂਰ ਜਾ ਕੇ ਨਸ਼ੇੜੀ ਉਹ ਉੱਥੇ ਪਹੁੰਚ ਕੇ ਆ ਸਾਰਾ ਕੁਝ ਹੋਏ, ਦਾਲ 'ਚ ਕੁਝ ਕਾਲਾ ਤਾਂ ਜ਼ਰੂਰ ਨਜ਼ਰ ਆਉਂਦਾ ਹੈ। ਹੁਣ ਪੰਜਾਬ ਦੇ ਵਿੱਚ ਜਿਹੜਾ ਬੇਸਿਕ ਦਾ ਦਾਇਰਾ ਵਧਾਇਆ ਗਿਆ ਉਹਦੇ ਤੇ ਤੁਹਾਡਾ ਕੀ ਕਹਿਣਾ? ਸਟਰੋਂਗਲੀ ਕੰਡੈਮ। ਜਿਹੜੀ ਕਾਂਗਰਸ ਸਰਕਾਰ ਨੇ, ਚੰਨੀ ਸਰਕਾਰ ਨੇ ਆਨਸਾਰ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਹੈਗਾ। ਵੀ ਹੈਵ ਆਲਵੇਜ਼ ਫੌਟ ਫॉर ਮੋਰ ਪਾਵਰਸ ਟੂ ਦ ਸਟੇਟ। ਪਹਿਲੇ ਕੈਪਟਨ ਨੇ ਸਾਡੀ ਐਗਰੀਕਲਚਰ ਜਿਹੜੀ ਸਟੇਟ ਸਬਜੈਕਟ ਹੈ ਉਹ ਜਾ ਕੇ ਹਾਮੀ ਭਰ ਕੇ ਸਾਡਾ ਸਾਰਾ ਤੈਸ਼-ਨੈਸ਼ ਕਰਤਾ। ਤੁਸੀਂ ਦੇਖਿਆ ਸਾਰਾ ਪੰਜਾਬ ਦਾ ਕੀ ਹਾਲ ਹੋਇਆ। ਤੇ ਇਹ ਕਾਂਗਰਸ ਇਨ ਇਟਸ ਚਾਲ ਕਿ ਹੁਣ ਅਸੀਂ ਕੈਪਟਨ ਨੂੰ ਕੁਰਸੀ ਤੋਂ ਲਾ ਕੇ ਕੋਈ ਦੂਜਾ ਉੱਥੇ ਬਿਠਾ ਦਈਏ ਤਾਂ ਕਿ ਆਪਾਂ ਕਹਿ ਦਈਏ ਸਾਰੀ 5 ਸਾਲ ਦੀ ਐਂਟੀ ਉਹ ਨਿਕੰਮਾ ਸੀਗਾ। ਨਿਕੰਮਾ ਤੇ ਪੂਰੇ ਕਲੈਕਟਿਵ ਰਿਸਪੌਂਸਿਬਿਲਿਟੀ ਹੁੰਦੀ ਹੈ ਪੂਰੇ ਸਰਕਾਰ ਦੀ। ਤੇ ਚੰਨੀ ਸਾਹਿਬ ਆਨ ਸਾਰੀ ਤੁਸੀਂ ਅੱਧਾ ਪੰਜਾਬ ਉਹਨਾਂ ਦੇ ਹਵਾਲੇ ਕਰ ਦਿਓ। 10 districts of Punjab are religious shrines like Valmiki Tirath Sthal, Durgyana Mandir, Golden Temple, Muksar ਦੀ ਧਰਤੀ, right up till Malod, right at our neighborhood. You give 10 districts by entire home ministry like Kashmir, ਕਿਤੇ ਵੀ ਜਾ ਕੇ ਕਿਸੇ ਨੂੰ ਸਰਚ ਕਰ ਲੈਣ, ਕੋਈ ਵੀ ਸਮਾਨ ਸੀਜ਼ ਕਰ ਲੈਣ, ਕਿਸੇ ਨੂੰ ਵੀ ਅਰੈਸਟ ਕਰ ਲੈਣ ਤਾਂ ਤੁਸੀਂ ਲੱਭਦੇ ਰਹੋ ਵੀ ਕਿੱਥੇ ਗਏ। ਤੇ ਸਾਡੀ ਆਪਣੀ ਪੁਲਿਸ ਕੀ ਇੰਨੀ ਨਿਕੰਮੀ ਹੋ ਗਈ। ਠੀਕ ਹੈ, ਮੁੱਖ ਮੰਤਰੀ ਮਜਬੂਰ ਹੋ ਗਿਆ ਹੈਗਾ, ਮੁੱਖ ਮੰਤਰੀ ਪੁਰਾਣਾ ਨਿਕੰਮਾ ਸੀਗਾ, ਪਰ ਸਾਡੀ ਫੌਜ ਤਾਂ ਨਿਕੰਮੀ ਨਹੀਂ ਹੈਗੀ। ਇਹ ਉਹ ਫੌਜ ਹੈਗੀ ਜਿਨ੍ਹਾਂ ਨੇ ਉਹ ਦੀਨਾਨਗਰ ਐਂਡ ਪਠਾਨਕੋਟ ਵਾਲੇ ਇਨਸੀਡੈਂਟ ਸਾਡੇ ਟਾਈਮ 'ਚ ਹੋਏ ਸੀਗੇ। ਬਿਫੋਰ ਸੈਂਟਰ ਕੋਡ ਰੀਚ ਆਰ ਓਨ ਪੁਲਿਸਮੈਨ ਹੈਡ ਟੇਕਨ ਕੇਅਰ ਆਫ ਐਵਰੀਥਿੰਗ ਦੈਟ ਵਾਸ ਹੈਪਨਿੰਗ। ਤੇ ਜਿਹੜੀ BSF 15 ਕਿਲੋਮੀਟਰ 'ਚ ਨਸ਼ੇ ਨਹੀਂ ਰੋਕ ਸਕੀ, ਅਸਲੇ ਨਹੀਂ ਰੋਕ ਸਕੀ, ਡਰੋਨਸ ਨਹੀਂ ਰੋਕ ਸਕੀ, ਉਹਨੇ 50 ਕਿਲੋਮੀਟਰ 'ਚ ਕੀ ਕੰਮ ਕਰ ਲੈਣਾ। ਮੈਡਮ ਤੁਸੀਂ ਕਿਹਾ ਬੀਜੇਪੀ ਦੇ ਥੈਂਕ ਯੂ। ਕੈਪਟਨ ਸਰਕਾਰ ਨੂੰ 2017 ਜਿਤਾਇਆ ਪੰਜਾਬ ਦੇ ਵਿੱਚ। ਮੈਂ ਕਿਹਾ ਉਹਨਾਂ ਨੇ ਮਦਦ ਕੀਤੀ, ਜਤਾਇਆ ਨਹੀਂ, ਮਦਦ ਕੀਤੀ। ਕੀ ਸ਼੍ਰੋਮਣੀ ਅਕਾਲੀ ਦਲ ਨੂੰ ਡਾਊਨ ਕਰਨ ਵਾਸਤੇ ਉਹਨਾਂ ਨੇ ਮਦਦ ਕੀਤੀ? ਆਈ ਥਿੰਕ ਉਸ ਟਾਈਮ ਜਿਸ ਤਰ੍ਹਾਂ ਦੀ ਸਾਜ਼ਿਸ਼ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਰੀ ਪਾਰਟੀਆਂ ਨੇ 2015 'ਚ ਸਾਰਾ ਜਿਹੜਾ ਮਾਹੌਲ ਬਣਾਤੇ ਸੀਗਾ ਲੋਕਾਂ ਨੂੰ ਮਿਸਲੀਡ ਕਰਨ ਵਾਸਤੇ। ਐਂਡ ਤੁਹਾਨੂੰ ਆਪ ਪਤਾ ਹੈ ਕਿ ਸਾਰੇ ਮੀਡੀਆ 'ਚ ਪੂਰੀ ਚਰਚਾ ਸੀ ਦੈਟ ਆਪ ਇਸ ਸਵੀਪਿੰਗ ਵਿਦ 100 ਸੀਟਸ। ਅਸੀਂ ਤਾਂ ਪਹਿਲੇ ਹੀ ਕਹਿੰਦੇ ਸੀ ਦੇयर इज नो ਸੱਚ ਥਿੰਗ, ਬਟ ਮੀਡੀਆ 'ਚ ਫॉर ਸਮ ऑड ਰੀਜ਼ਨ देयर वाज अ बिग स्वीप इन फेवर ऑफ ਆਪ। ਸੋ ਮੇਬੀ ਹੋ ਸਕਦਾ ਹੈ ਕਿ ਉਹ ਇਸ ਚੀਜ਼ ਨੂੰ ਰੋਕਣ ਵਾਸਤੇ ਲੱਗਿਆ ਸੀ ਪਤਾ ਇਦਾਂ ਦੀ ਗੱਲ ਤੇ ਤੁਸੀਂ ਸਾਨੂੰ ਬਾਅਦ ਨੂੰ ਪਤਾ ਲੱਗਿਆ ਆਫਟਰ ਦ ਵੋਟਿੰਗ ਵਾਸ ਡਨ ਵੈਨ ਵੀ saw what happened we realized after that। ਮੈਮ ਇੱਕ ਐਤਵਾਰ ਨੂੰ ਮੀਟਿੰਗ ਹੋਈ ਸੀ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਨੇ ਜਦੋਂ ਐਨਡੀਏ ਦਾ ਸਾਥ ਛੱਡਿਆ ਸੀ ਜਾਂ ਤੁਸੀਂ ਜਦੋਂ ਅਸਤੀਫਾ ਦਿੱਤਾ ਸੀ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਸਲਾਹ ਲਈ ਗਈ। ਤਕਰੀਬਨ 2-3 ਘੰਟੇ ਮੁਲਾਕਾਤ ਰਾਜੇਵਾਲ ਕਿਹਦੀ ਰਾਜੇਵਾਲ ਹੈ? ਇਨ ਮਾਈ ਲਾਈਫ ਆਈ ਹੈਵ ਨੈਵਰ ਮੈਟ ਮਿਸਟਰ ਰਾਜੇਵਾਲ। ਮੈਡਮ ਕਿਸਾਨੀ ਅੰਦੋਲਨ ਜਿਹੜਾ ਉਹ ਤਾਂ ਜੋ ਮਰਜ਼ੀ ਹੁਣ ਜਿਹੜੇ ਕਿਸਮ ਦੇਖੋ ਅੱਜ ਕੈਪਟਨ ਸਾਹਿਬ ਰਲ ਮਿਲ ਗਏ ਬੀਜੇਪੀ ਦਾ ਸ਼ਰੇਆਮ ਕਿ ਉਹ ਪ੍ਰੋਟੈਸਟ ਕਰ ਰਿਹਾ। ਮੈਨੂੰ ਜਿਹਨੇ ਆਪਣਾ 4 ਸਾਲ ਇਹਨਾਂ ਦੇ ਤਾਂ 100 ਦਿਨ ਦੀ ਸਰਕਾਰ ਵਾਸਤੇ ਕੁਰਸੀ ਲਈ ਜਿਹੋ ਜੀ ਮਾਰਾਮਾਰੀ ਚੱਲ ਰਹੀ ਸੀਗੀ ਤੁਸੀਂ ਆਪ ਦੇਖਿਆ। ਮੈਂ ਤਾਂ 4 ਸਾਲ ਦੀ ਛੱਡਤੀ ਤੇ ਮੇਰੇ ਉੱਤੇ ਅੱਜ ਵੀ ਸਵਾਲ, ਅਸੀਂ ਗਠਬੰਧਨ ਤੋੜਦਾ ਤਾਂ ਵੀ ਸਵਾਲ, ਕਾਲੀ ਝੰਡੀਆਂ ਸਾਨੂੰ ਇਹ ਕਾਂਗਰਸੀਆਂ ਨੂੰ ਕਦੋਂ ਦਿਖਾਣਗੇ? ਜਿਹੜਾ BJP ਨੇ ਤੁਹਾਨੂੰ ਟੇਕਨ ਸਾਹਿਬ ਜਿਹੜਾ ਉਹਨਾਂ ਦਾ ਸੀਗਾ ਜੋ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਸਾਹਿਬ ਨਾਲ ਅਰੇਂਜਮੈਂਟ ਸੀਗਾ ਉਹਦੇ ਕਰਕੇ ਮਤਲਬ ਦੇਖੋ ਯੂ ਆਫ ਗ੍ਰਾਂਟਡ ਦੇ ਟੂ ਈਜ਼ੀਲੀ ਸੈਵਰ ਦੋਸ ਟਾਈਜ਼ ਜਿਹੜਾ ਤੁਹਾਡੇ ਨਾਲ They did not sever ties with us, we severed ties with them। ਨਹੀਂ ਬਈ ਜਿਹੜੀ ਤੁਹਾਡੀ ਗੱਲ ਨਹੀਂ ਮੰਨੇ ਨਾ ਦੈਟਸ ਵਾਈ ਯੂ ਆਰ ਪੁਸ਼ ਟੂ ਦੈਟ ਪੋਜੀਸ਼ਨ ਦੈਟ ਯੂ ਹੈਡ ਟੂ ਸੈਵਰ ਦ ਟਾਈਜ਼ ਐਂਡ ਦੇ ਕੁਡ ਹੈਵ yielded to your demands। No, they could have, but it is clear after 800 farmers have died and an agitation which has been sitting on the roads for 1 year, they have no intentions of either giving in and ਲੱਗਦਾ ਵੀ BJP ਨੂੰ ਜਿਹੜਾ clandestine agreement between Congress and BJP, ਉਹਦੇ Captain ਕਰਕੇ BJP. ਦੇ ਟੂ ਕੀਪ ਈਜ਼ੀ ਐਸ ਫਾਰ ਐਸ ਯੂ ਨਹੀਂ ਜੀ ਬੀਜੇਪੀ 'ਚ ਮੈਜੋਰਿਟੀ ਦੀ ਡਿਕਟੇਟਰਸ਼ਿਪ ਤੁਸੀਂ ਯੂ ਸੌ ਪਾਰਲੀਮੈਂਟ 'ਚ ਹੁੰਦਾ ਕੀ ਹੈ, ਬਿੱਲ ਕਿਵੇਂ ਪਾਸ ਹੋਏ। After I resigned, it became a national issue and by the time 2 days later it reached Rajya Sabha, 18 parties opposed it. But just in the sheer numbers, BJP passed the bill. So ਉੱਥੇ ਤਾਂ dictatorship ਚੱਲ ਰਹੀ ਹੈ ਬਲ ਆਪਣੇ ਨੰਬਰਾਂ ਦੇ ਬਲ 'ਚ। ਹਨਾ ਕਿਸਾਨੀ ਅੰਦੋਲਨ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਇਸ ਗੱਲ ਨੂੰ ਤਾਂ ਤੁਸੀਂ ਮੰਨੋਗੇ। ਉਹ ਜਿਸ ਟਾਈਮ ਤੇ ਬਿੱਲ ਪਾਸ ਹੋਇਆ ਤੁਸੀਂ ਅੰਦਰ ਹੀ ਸੀਗੇ, ਬਾਹਰ ਆ ਕੇ ਤੁਸੀਂ ਰਿਜ਼ਾਈਨ ਅਨਾਉਂਸ ਕਰ ਦਿੱਤਾ, ਪਰ ਬਿੱਲ ਜਿਹੜਾ ਬਿਲਕੁਲ ਤੁਹਾਡੀ ਮੌਜੂਦਗੀ 'ਚ ਹੋਇਆ। ਬਿਲਕੁਲ ਗਲਤ ਤੁਸੀਂ ਕਹਿ ਰਹੇ ਹੋ ਐਂਡ ਆਈ ਵਿਸ਼ ਤੁਸੀਂ ਆਪਣੇ ਫੈਕਟਸ ਨੂੰ ਕਰੈਕਟ ਕਰਕੇ ਤਾਂ ਕੁਝ ਬੋਲਿਆ ਕਰੋ। ਮੈਂ ਅੰਦਰ ਬੈਠ ਕੇ after Sukhbir ji spoke and opposed and lastly appealed again that please send it to select committee। ਇਸ ਤਰ੍ਹਾਂ ਕਿਸਾਨਾਂ ਦੇ ਗੱਲਬਾਤ ਕੀਤੇ ਬਿਨਾ ਉਹਨਾਂ ਦੀ ਸਹਿਮਤੀ ਦੇ ਬਿਨਾ ਨਾ ਪਾਸ ਕਰੋ। ਜਦ ਸਾਡੀ ਨਹੀਂ ਸੁਣੀ ਗਈ ਮੈਂ ਉੱਥੋਂ ਨਿਕਲ ਕੇ PM ਦੇ ਦਫ਼ਤਰ 'ਚ ਜਾ ਕੇ ਉਹ ਅਸਤੀਫਾ ਮੂੰਹ 'ਚ ਮਾਰ ਕੇ ਵਾਪਸ ਆ ਕੇ ਜਦ VOTING ਹੋਈ ਸਾਰੇ ਕਾਂਗਰਸੀ ਤੇ ਆਮ ਆਦਮੀ ਨੇ ਵਾਕਆਊਟ ਕਰਤਾ
ਗਿਣਤੀ ਘਟਾਤੀ ਤਾਂ ਕਿ ਆਰਾਮ ਨਾਲ ਪਾਸ ਹੋ। 2 ਆਵਾਜ਼ਾਂ ਨੇ ਜੋੜ ਦੀ, ਤੁਸੀਂ ਰਿਕਾਰਡਿੰਗ ਕੱਢੋ, ਜੋੜ ਦੀ ਅਦਾ ਅਪੋਜ਼ ਕੀਤਾ। ਜਦੋਂ VOTING ਹੋਈ ਤੁਸੀਂ ਅੰਦਰ ਨਹੀਂ ਸੀਗੇ ਉਸ ਟਾਈਮ ਉੱਥੇ? ਮੈਂ ਜਦ ਆਪ ਹੁਣ ਮੈਂ ਕੀ ਕਹਿ ਰਹੀ ਹਾਂ, ਯੂ ਨਾਟ ਹਰਡ ਵਾਟ I said I came back. So they please tell him also. These are the way that they mislead. There are only 2 MPs of Punjab who voted against it. That is Sukhbir Singh Badal and Harsimrat Kaur Badal. Please do not. I wish. I'm proud of the fact that in history, जब वो कहते ना जब आग लगी से जंगल चे ते छोटी सी चिड़िया भी चूंद से पानी चक चक के बोए के तेरा के इतिहास से नात मेरा भी आ जाऊगा कि मैं बुझान वाले चे सीगी। नमस्कार, मैं हूं मानक गुप्ता। अगर आपको हमारा ये वीडियो पसंद आया हो तो इसे लाइक और शेयर जरूर करें और हाँ, हमें सब्सक्राइब और फॉलो करना ना भूलें ताकि आप देश और दुनिया की कोई खबर मिस ना करें। तो जुड़े रहिए हमारे साथ और देखते रहिए News 24।